नमस्कार जी। नमस्कार जी। नमस्कार। आ जाओ इधर देखो जी, इधर देखो। ਆਪਾਂ ਸਾਰੇ ਮਿਲ ਕੇ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਧੰਨਵਾਦ ਕਰਦੀ ਹਾਂ ਪਹਿਲਾਂ ਤਾਂ ਪ੍ਰਦੀਪ ਭਰਾ ਜੀ ਦਾ ਕਿ ਉਹਨਾਂ ਨੇ ਇੱਥੇ ਇਵੈਂਟ ਰੱਖਿਆ ਔਰ ਸਾਡੇ ਐਮਸੀ ਸਾਹਿਬ ਜਿਨ੍ਹਾਂ ਨੇ ਇੰਨੀ ਕਮਾਲ ਦੀ ਗਲੀ ਬਣਾਈ, ਲਾਈਟਾਂ ਲਵਾਈਆਂ ਔਰ ਮੈਨੂੰ ਲੱਗਦਾ ਕਿ ਇਹ ਸਾਰਾ ਤਾਂ ਹੀ ਪੋਸੀਬਲ ਹੁੰਦਾ ਹੈ ਜਦ ਕਹਿੰਦੇ ਕਿ ਗੱਡੀ ਦਾ ਡਰਾਈਵਰ ਬਹੁਤ ਵਧੀਆ ਹੋਵੇ ਤੇ ਡਰਾਈਵਰ ਤੁਹਾਡੀ ਗੱਡੀ ਦਾ ਬਹੁਤ ਵਧੀਆ ਇਹ ਤਾਂ ਹੀ ਪੋਸੀਬਲ ਹੈ ਕਿਉਂਕਿ ਜਿਹੜੇ ਗੱਡੀ ਦੇ ਕਹਿੰਦੇ ਡੱਬੇ ਆ ਨਾ ਉਹ ਵੀ ਸਾਰੇ ਬਹੁਤ ਹੀ ਵਧੀਆ, ਤੁਸੀਂ ਸਾਰੇ ਉਹ ਡੱਬੇ ਹੋ। ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਸੂਦ ਪਰਿਵਾਰ ਨੇ ਕਦੀ ਸੋਚਿਆ ਨਹੀਂ ਸੀਗਾ ਕਿ ਅਸੀਂ ਪੋਲਿਟਿਕਸ ਜਾਵਾਂਗੇ। ਲੋਕ ਕਹਿੰਦੇ ਕਿ ਵੀ ਕੰਮ ਤਾਂ ਕਰੀ ਜਾਂਦੇ ਸੀ, ਕਿਉਂ ਤੁਸੀਂ ਪੋਲਿਟਿਕਸ ਆਏ? ਸਾਰੇ ਕਹਿੰਦੇ ਕਿ ਵੀ ਬਹੁਤ ਹੀ ਗੰਦੀ ਚੀਜ਼ ਹੈ, ਤੁਸੀਂ ਤੁਹਾਡੇ ਇੰਨੇ ਸਿਆਣੇ ਬੰਦੇ ਤੁਸੀਂ ਕਾਹ ਤੋਂ ਆ ਗਏ? ਮੈਂ ਕਹੂੰਗੀ ਜੇ ਆਪਾਂ ਇਹੀ ਸੋਚ ਕੇ ਕਿ ਆਪਾਂ ਜਿੰਨੀ ਦੇਰ ਉਹਦੇ ਵਿੱਚ ਆਵਾਂਗੇ ਨਹੀਂ ਤੇ ਸਫਾਈ ਕਿਵੇਂ ਹੋਊਗੀ ਉਸ ਚੀਜ਼ ਦੀ? ਨਹੀਂ ਤਾਂ ਗੰਦੇ ਲੋਕ ਆਉਂਦੇ ਰਵਾਂਗੇ, ਗੰਦਾ ਖਾਣਾ ਬਣਾਵਾਂਗੇ, ਤੁਹਾਨੂੰ ਉਵੇਂ ਹੀ ਖਵਾਵਾਂਗੇ ਔਰ ਤੁਸੀਂ ਉਵੇਂ ਹੀ ਖਾ ਲਓਗੇ। ਜਿੰਨੀ ਦੇਰ ਉਸ ਰਸੋਈ ਦੇ ਵਿੱਚ ਚੰਗਾ ਖਾਣਾ ਬਣਾਉਣ ਵਾਲਾ ਨਹੀਂ ਆਊਗਾ, ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਪਰੋਸ ਕੇ ਨਹੀਂ ਦਊਗਾ, ਤੇ ਕਿਵੇਂ ਤੁਸੀਂ ਚੰਗਾ ਖਾਣਾ ਖਾਓਗੇ? ਤੇ ਇਸ ਲਈ ਮੈਂ ਤੁਹਾਡੇ ਸਾਰਿਆਂ ਲਈ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਚੰਗਾ ਖਾਣਾ ਬਣਾ ਕੇ ਖਵਾਵਾਂ, ਜਿਹਦੇ ਵਿੱਚ ਤੁਹਾਡੇ ਬੱਚਿਆਂ ਦੀ ਪੜ੍ਹਾਈ, ਤੁਹਾਡੀ ਸਿਹਤ, ਉਹਨਾਂ ਦੀਆਂ ਨੌਕਰੀਆਂ ਤੇ ਆਪਣੇ ਸ਼ਹਿਰ ਦੀ ਡਿਵੈਲਪਮੈਂਟ ਹੋਵੇ। ਮੈਂ ਦੇਖੋ ਕੋਈ ਵੀ ਆਉਂਦਾ ਉਹ ਕਹਿੰਦੇ ਜੀ ਅਸੀਂ ਸੜਕਾਂ ਬਣਾਵਾਂਗੇ, ਸੀਵਰੇਜ ਸਿਸਟਮ ਠੀਕ ਕਰਾਂਗੇ, ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਹੋ ਸਕਦੀਆਂ ਹੁਣ ਵੀ ਵਿਚਾਰ, ਲੇਕਿਨ ਕਿਤੇ ਨਾ ਕਿਤੇ ਸਿਸਟਮ ਮੈਨੂੰ ਲੱਗਦਾ ਹੈ ਗੁੰਦਲਾ ਹੋਇਆ ਪਿਆ। ਉਹ ਗੁੰਦਲਾ ਇਸ ਲਈ ਹੋਇਆ ਹੈ ਕਿਉਂਕਿ ਕੋਈ ਚਾਹੁੰਦਾ ਨਹੀਂ ਕਿ ਤੁਸੀਂ ਇੱਥੋਂ ਬਾਹਰ ਆਓ। ਸਾਰੇ ਤੁਸੀਂ ਇਸੇ ਸੋਚਾਂ 'ਚ ਰਹੋ ਕਿ ਪਾਣੀ ਨਹੀਂ ਆ ਰਿਹਾ ਚੰਗਾ, ਸੜਕਾਂ ਨਹੀਂ ਬਣੀਆਂ, ਤੁਹਾਡੀ ਸੋਚ ਇੱਥੇ ਹੀ ਸੀਮਿਤ ਰਹਿ ਜੇ। ਉਹ ਕਹਿੰਦੇ ਕਿ ਜਿਹੜੀਆਂ ਟਾਈਲਾਂ ਲੱਗੀਆਂ ਨਾ, ਅੱਜ ਕੱਲ੍ਹ ਟਾਈਲਾਂ ਲੱਗਦੀਆਂ ਇੰਟਰਲੌਕ ਟਾਈਲ, ਉਹ ਇੰਟਰਲੌਕ ਟਾਈਲ ਹੈ ਨਾ ਤੁਹਾਡੇ ਦਿਮਾਗ ਨੂੰ ਲੌਕ ਕਰ ਦਿੰਦੀ ਹੈ। ਉਹ ਲੌਕ ਇਸ ਲਈ ਕਰ ਦਿੰਦੀ ਹੈ ਕਿ ਤੁਹਾਨੂੰ ਸੋਚਣ ਨਹੀਂ ਦਿੰਦੀ ਕਿ ਤੁਸੀਂ ਕੀ ਡਿਵੈਲਪਮੈਂਟ ਭਾਲਦੇ ਹੋ, ਆਪਣੇ ਸ਼ਹਿਰ 'ਚ ਕੀ ਤਰੱਕੀ ਹੋਣੀ ਹੈ ਚਾਹੁੰਦੇ। ਪਿੰਡਾਂ ਦੇ ਵਿੱਚ ਅਸੀਂ ਜਾਂਦੇ, ਪਿੰਡਾਂ ਵਾਲੇ ਕਹਿੰਦੇ ਬਹੁਤ ਵਿਕਾਸ ਹੋ ਗਿਆ, ਬਹੁਤ ਵਿਕਾਸ ਹੋ ਗਿਆ। ਅਸੀਂ ਪੁੱਛਦੇ ਵਿਕਾਸ ਕਿਉਂ ਹੈ? ਸੜਕਾਂ ਬਹੁਤ ਵਧੀਆ ਬਣ ਗਈਆਂ, ਤੁਸੀਂ ਦੇਖੋ ਇੰਟਰਲੌਕ ਟਾਈਲ ਲੱਗੀ ਹੈ ਜੀ, ਬਹੁਤ ਵਧੀਆ ਬਣ ਗਈ ਹੈ। ਅਸੀਂ ਉਹਨਾਂ ਨੂੰ ਪੁੱਛਦੇ ਹੋਰ ਕੀ ਹੋਇਆ ਜੀ? ਸੜਕਾਂ ਵਧੀਆ ਬਣ ਗਈਆਂ। ਸੜਕਾਂ ਵਧੀਆ ਬਣ ਗਈਆਂ ਬਹੁਤ ਚੰਗੀ ਗੱਲ ਹੈ। ਆਪਾਂ ਇਹ ਦੇਖਣਾ ਕਿ ਕੀ ਉਹ ਬੱਚੇ ਜਿਹੜੇ ਗਵਰਨਮੈਂਟ ਸਕੂਲ 'ਚ ਪੜ੍ਹਦੇ ਹੈ, ਕੀ ਉਹ ਬੱਚਿਆਂ ਨੂੰ ਉੱਥੇ ਸਹੂਲਤਾਂ ਹੈਗੀਆਂ? ਕੀ ਉਹ ਸਕੂਲਾਂ ਦੇ ਵਿੱਚ ਇਕੱਲੀ 5ਵੀਂ ਕਲਾਸ ਤੱਕ ਹੈ ਜਾਂ 8ਵੀਂ ਕਲਾਸ ਤੱਕ ਉਹ ਬੱਚੇ ਪੈਦਲ ਜਾਂਦੇ ਦੂਜੇ ਪਿੰਡਾਂ ਦੇ ਵਿੱਚ ਘੰਟਾ ਘੰਟਾ? ਕਿਉਂਕਿ ਕਾਫੀ ਐਸੇ ਗਰੀਬ ਪਰਿਵਾਰ ਹੁੰਦੇ ਜਿਹੜੇ ਰੋਜ਼ ਪੈਸੇ ਖਰਚ ਨਹੀਂ ਸਕਦੇ ਕਿ ਉਹ ਬੱਚਿਆਂ ਨੂੰ ਇੰਨੀ ਦੂਰ ਭੇਜਣ। ਇਸੇ ਲਈ ਅਸੀਂ 1000 ਸਾਈਕਲ ਹੁਣੇ ਪਿੱਛੇ ਜੇ ਵੰਡਿਆ ਸੀ। ਉਹ ਲੋੜਵੰਦ ਕੁੜੀਆਂ ਸੀਗੀਆਂ, ਜਿਹੜੀ ਮੈਂ ਬਹੁਤ ਸਾਰੇ ਟਾਈਮ ਤੋਂ ਪਿੰਡਾਂ ਦੇ ਵਿੱਚ ਜਾਂਦੀ ਸੀ, ਮੈਂ ਵੇਖਦੀ ਸੀ ਕੁੜੀਆਂ ਬਹੁਤ ਔਖੀਆਂ ਪੈਦਲ ਜਾਂਦੀਆਂ ਸੀ ਘੰਟਾ ਘੰਟਾ। ਅਸੀਂ ਉਹ ਲੋੜਵੰਦ ਬੱਚਿਆਂ ਨੂੰ ਦਿੱਤਾ ਜਿਹਨਾਂ ਨੂੰ ਵਾਕਈ ਜ਼ਰੂਰਤ ਸੀ ਸਾਈਕਲਾਂ ਦੀ। ਉਹਨੇ 3-4 ਦਿਨ ਪਹਿਲਾਂ ਅਸੀਂ ਇੱਕ ਪਿੰਡ ਦੇ ਵਿੱਚ ਗਏ ਤੇ ਐਵੇਂ ਸਾਰੇ ਬੈਠੇ ਸੀ ਤੇ ਇੱਕ ਲੇਡੀ ਉੱਠ ਕੇ ਬੋਲੀ ਜੀ ਹੁਣ ਤਾਂ ਵੋਟਾਂ ਤੁਸੀਂ ਲੈਣੀਆਂ ਤਾਂ ਆਏ ਹੋ, ਅਸੀਂ ਵੋਟਾਂ ਪਾ ਵੀ ਦਵਾਂਗੇ, ਉਸ ਤੋਂ ਬਾਅਦ ਤੁਸੀਂ ਸਾਡੇ ਪਿੰਡ ਦੇ ਵਿੱਚ ਬੱਸ ਨਹੀਂ ਰੁਕਦੀ, ਤੁਸੀਂ ਰੋਕ ਦੋਗੇ, ਰੁਕਵਾ ਦੋਗੇ? ਉਸੇ ਵੇਲੇ ਅਸੀਂ ਰਾਜਾ ਵੜਿੰਗ ਜੀ ਨੂੰ ਫੋਨ ਕੀਤਾ ਔਰ ਕਿਹਾ ਜੀ ਇੱਥੇ ਬੱਸ ਨਹੀਂ ਰੁਕਦੀ ਆਪਣੇ ਪਿੰਡ ਦੇ ਵਿੱਚ ਤੇ ਤੁਸੀਂ ਰੁਕਾਓ। ਕਹਿੰਦੇ ਜੀ ਚੋਣ ਜਾਬਤਾ ਲੱਗੀ, ਟਿਕਟ ਤਾਂ ਨਹੀਂ ਹਜੇ ਬਣ ਸਕਦੀ ਲੇਕਿਨ ਕੱਲ ਤੋਂ ਬੱਸ ਰੁਕੂਗੀ ਔਰ ਉੱਥੇ ਬੱਸ ਕੱਲ ਤੋਂ ਰੁਕਣੀ ਸ਼ੁਰੂ ਹੋ ਗਈ। ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ। ਮੈਂ ਤੁਹਾਨੂੰ ਇਹ ਕਹੂੰਗੀ ਕਿ ਤੁਸੀਂ ਜਿੰਨੇ ਵੀ ਲੋਕ ਇੱਥੇ ਬੈਠੇ ਹੋ, ਤੁਸੀਂ ਆਵਾਜ਼ ਬਣਨਾ ਹੈ। ਤੁਸੀਂ ਆਵਾਜ਼ ਬਣਨਾ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਜ਼ਰੂਰਤ ਹੈ, ਜਿਹੜੇ ਔਖੇ ਹੈ, ਜਿਹੜੇ ਲੋੜਵੰਦ ਹੈ। ਉਹ ਆਵਾਜ਼ ਤੁਸੀਂ ਮੇਰੇ ਕੰਨਾਂ ਤੱਕ ਪਹੁੰਚਾਣੀ ਔਰ ਉਹ ਆਵਾਜ਼ ਮੈਂ ਸੁਣਨ ਲਈ ਤਿਆਰ ਹੈ ਔਰ ਤੁਹਾਡੀ ਆਵਾਜ਼ ਮੈਂ ਅੱਗੇ ਲੈ ਕੇ ਜਾਊਂਗੀ, ਮੇਰਾ ਵਾਅਦਾ ਤੁਹਾਡੇ ਨਾਲ। ਅਸੀਂ ਕਦੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਲੋੜ ਨਹੀਂ ਸੀ ਕਿ ਅਸੀਂ ਸਿਆਸਤ ਚਾਹੀਏ। ਮੇਰੇ ਮੰਮਾ ਬੈਠੇ, ਮਦਰ ਇਨ ਲਾ ਬੈਠੇ, ਵਿਆਹ ਨੂੰ ਮੇਰੇ 15 ਸਾਲ ਹੋ ਗਏ। ਮੰਮਾ ਵੀ ਜਾਣਦੇ ਕਿ ਮਾਲਵਿਕਾ ਨੇ ਕਦੀ ਸੋਚਿਆ ਨਹੀਂ ਸੀ ਕਿ ਆਊਗੀ ਸਿਸਟਮ ਦੇ ਵਿੱਚ।
ਲੇਕਿਨ ਜਦ ਕਰੋਨਾ ਦੇ ਟਾਈਮ ਤੇ ਖਾਸ ਕਰਕੇ ਅਸੀਂ ਕੰਮ ਕਰਨਾ ਸ਼ੁਰੂ ਕੀਤਾ, ਮੈਂ ਗਰਾਊਂਡ ਲੈਵਲ ਤੇ ਦੇਖਿਆ, ਤੁਹਾਨੂੰ ਵੀ ਸਭ ਨੂੰ ਪਤਾ ਕਿ ਲੋਕ ਇੰਨੇ ਕੁ ਦੁਖੀ ਹੈ, ਇੰਨਾ ਕੁ ਬੁਰਾ ਹਾਲ ਹੈ, ਫੀਸਾਂ ਨਹੀਂ ਦੇ ਪਾਉਂਦੇ। ਜੇ ਬੱਚਿਆਂ ਨੂੰ ਪੁੱਛੇ ਫੀਸਾਂ ਕਿੰਨੀ, ਕਿਸੇ ਦੀ 900 ਫੀਸ ਹੈ, ਕਿਸੇ ਦੀ 1200 ਫੀਸ ਹੈ, ਤੇ ਆਪਾਂ ਜੇ ਕੱਪੜੇ ਦਾ ਇੱਕ ਜੋੜਾ ਲੈਣ ਜਾਈਏ 1500 2000 ਵੈਸੇ ਹੀ ਖਰਚ ਦਿੰਦੇ ਜਿਹੜੇ ਔਖੇ, ਬਹੁਤ ਹੀ ਔਖੇ। ਜੇ ਕਿਸੇ ਨੇ ਦਵਾਈ ਲੈਣੀ ਹੈ, ਦਵਾਈਆਂ ਦੀ ਪਰਚੀਆਂ ਪਈਆਂ ਰਹਿੰਦੀਆਂ, ਦਵਾਈ ਲੈ ਹੀ ਨਹੀਂ ਪਾਉਂਦੇ। ਸਾਡੇ ਕੋਲ ਰੋਜ਼ 50 ਤੋਂ 60 ਐਸੇ ਲੋਕ ਆਉਂਦੇ ਜਿਨ੍ਹਾਂ ਨੇ ਦਵਾਈਆਂ ਲੈਣੀਆਂ ਔਰ ਸਾਡੇ ਕੋਲੋਂ ਪਰਚੀ ਲੈ ਕੇ ਆਉਂਦੇ, ਉਹਨਾਂ ਨੂੰ ਅਸੀਂ ਦਵਾਈਆਂ ਲੈ ਕੇ ਦੇਣੀ ਹੈ। ਉਹ ਲੋਕ ਹੈ ਜਿਨ੍ਹਾਂ ਨੂੰ ਪਤਾ ਹੈ ਅਸੀਂ ਲੈ ਦਿੰਦੇ ਹਾਂ। ਤੁਸੀਂ ਸੋਚੋ ਕਿੰਨੇ ਐਸੇ ਲੋਕ ਹੋਵਾਂਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੱਥੋਂ ਲੈਣੀ, ਔਰ ਬਿਨਾਂ ਦਵਾਈ ਲਿੱਤੇ ਉਹ ਬੈਠੇ ਰਹਿੰਦੇ। ਜ਼ਰੂਰੀ ਨਹੀਂ ਹੈ ਕਿ ਤੁਸੀਂ ਜਦ ਲੋਕਾਂ ਦੀ ਸੇਵਾ ਕਰਨੀ ਹੈ, ਤੁਸੀਂ ਜੇ ਫੇਮਸ ਹੋਵੋਗੇ, ਤੁਸੀਂ ਤੁਹਾਡੇ ਕੋਲ ਪੈਸੇ ਹੋਣਗੇ, ਤੁਸੀਂ ਤਾਂ ਹੀ ਕਿਸੇ ਦੀ ਸੇਵਾ ਕਰ ਸਕਦੇ। ਮੈਨੂੰ ਲੱਗਦਾ ਜੇ ਆਪਾਂ ਆਪਣੇ ਘਰੇ ਕਿਸੇ ਦੀ ਇੱਕ ਟਾਈਮ ਦੀ ਰੋਟੀ ਵੀ ਬਣਾ ਕੇ ਉਹਨੂੰ ਖਵਾ ਦਈਏ ਨਾ, ਉਹ ਵੀ ਇੱਕ ਸੇਵਾ ਹੈ। ਆਪਾਂ ਵੇਟ ਨਹੀਂ ਕਰਨੀ ਕਿ ਸਰਕਾਰਾਂ ਆਵਾਂਗੀਆਂ ਤੇ ਸਰਕਾਰਾਂ ਕਰਾਂਗੀਆਂ। ਜਦ ਕਰੋਨਾ ਹੋਇਆ, ਤੁਸੀਂ ਸਾਰੇ ਜਾਣਦੇ ਹੋ ਕਿ ਸੋਨੂ ਸੂਦ ਨੇ ਕਿੰਨੀ ਦੁਨੀਆ ਦੇ ਵਿੱਚ ਸੇਵਾ ਕੀਤੀ ਹੈ ਲੋਕਾਂ ਦੀ। ਭਰਾ ਨੇ ਕਦੀ ਸੋਚਿਆ ਨਹੀਂ ਸੀ ਸ਼ੁਰੂਆਤ ਕਰੂਗਾ। ਕਰੋਨਾ ਸ਼ੁਰੂ ਹੋਇਆ, ਭਈਆ ਕਹਿ ਰਹੇ ਸੀ ਕਿ ਮੈਂ 1-2 ਦਿਨਾਂ ਦੇ ਵਿੱਚ ਮੋਗੇ ਆਉਣਾ, ਕਿ ਬੰਬੇ ਤਾਂ ਸਾਰਾ ਬੰਦ ਹੀ, ਚੱਲ ਘਰੇ ਟਾਈਮ ਸਪੈਂਡ ਕਰਦਾ, ਕਿਉਂਕਿ ਉਹਨਾਂ ਦੀ ਕੋਸ਼ਿਸ਼ ਹੁੰਦੀ ਜਦ ਵੀ ਵਿਹਲੇ ਹੁਣ 2 ਮਹੀਨਿਆਂ 'ਚ ਉਹਨਾਂ ਨੇ ਚੱਕਰ ਮੋਗੇ ਲਾਣਾ ਹੀ ਲਾਣਾ ਹੈ। ਜਦ ਉਹਨਾਂ ਨੇ ਲੋਕਾਂ ਨੂੰ ਰਾਸ਼ਨ ਦੇਣਾ ਸ਼ੁਰੂ ਕੀਤਾ ਤੇ ਉਹ ਲੋਕ ਜਦ ਕਹਿੰਦੇ ਕਿ ਜੀ ਫਰੂਟ ਦੇ, ਉਹਨਾਂ ਨੇ ਨਾ ਇੱਕ ਜਿਵੇਂ ਟਰੱਕ ਹੁੰਦਾ ਸੀ, ਟਰੱਕ ਖੜਾ ਹੋ ਜਾਂਦਾ ਸੀ, ਲੋਕ ਲੈਣਾ ਸ਼ੁਰੂ ਕਰ ਦਿੰਦੇ ਸੀ। ਤੇ ਉਹਨਾਂ 'ਚੋਂ ਕਈਆਂ ਨੇ ਕਹਿੰਦੇ 10 ਦਿਨ ਦਾ ਫਰੂਟ ਦੇ ਦਿਓ। ਬ੍ਰਦਰ ਨੇ ਪੁੱਛਿਆ 10 ਦਿਨ ਦਾ ਕੀ ਕਰਨਾ ਤੁਸੀਂ? ਕੋਈ ਗੱਲ ਨਹੀਂ, ਫੇਰ ਕਰ ਲਓ। ਕਹਿੰਦੇ ਜੀ ਅਸੀਂ ਨਾ ਪੈਦਲ ਜਾएंगे, ਹਮ ਪੈਦਲ ਚੱਲੇ ਜੀ, ਅਸੀਂ ਬੈਂਗਲੌਰ, ਅਸੀਂ ਕਿਸੇ ਨੇ यूपी ਜਾਣਾ ਹੈ, 10-12 ਦਿਨ 'ਚ ਪਹੁੰਚ ਜਾਵਾਂਗੇ। ਭਰਾ ਨੇ ਫੇਰ ਸੋਚਿਆ ਕਿ ਪੈਦਲ 12 ਦਿਨ ਜਾਵਾਂਗੇ, ਇਹਨਾਂ ਨੂੰ ਪਹੁੰਚਾਉਣ ਦਾ ਵੀ ਸਿਸਟਮ ਕਰਨਾ ਪਊਗਾ। ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਜਦ ਬੱਸ ਚੱਲੀ ਸੀ, ਟ੍ਰੇਨ ਚੱਲੀ ਸੀ, ਫਲਾਈਟ ਚੱਲੀ ਸੀ, ਉਹ ਸੋਨੂ ਸੂਦ ਨੇ ਚਲਵਾਈ ਸੀ, ਜਿਹੜਾ ਮੋਗੇ ਸ਼ਹਿਰ ਦਾ ਮੁੰਡਾ। ਹੁਣ ਤੱਕ ਆਪਣੇ ਮੋਗੇ ਦੀ ਜੇ ਆਪਾਂ ਹਲਕੇ ਦੀ ਆਬਾਦੀ ਕਰੀਏ 2 ਲੱਖ ਦੇ ਕਰੀਬ ਹੈਗੀ ਹੈ, ਤੇ ਸੂਦ ਫਾਊਂਡੇਸ਼ਨ ਨੇ ਹੁਣ ਤੱਕ 2,75,000 ਪੌਣੇ 3 ਲੱਖ ਲੋਕਾਂ ਨੂੰ ਨੌਕਰੀ ਆਲਰੇਡੀ ਦਵਾ ਚੁੱਕੇ ਪੂਰੀ ਦੁਨੀਆ ਦੇ ਵਿੱਚ। ਮੈਂ ਤੁਹਾਨੂੰ ਇਹੀ ਕਹੂੰਗੀ ਕਿ ਤੁਸੀਂ ਇਤਕੀ ਵਾਰੀ ਇਨਸਾਨ ਨੂੰ ਦੇਖ ਕੇ ਵੋਟ ਪਾਣੀ ਹੈ। ਮੈਂ ਕਾਂਗਰਸ ਪਰਿਵਾਰ ਇਸ ਲਈ ਚੁਣਿਆ ਕਿਉਂਕਿ ਦੇਖੋ ਮੇਰੇ ਇੰਨੇ ਸੀਨੀਅਰਸ, ਮਾਲਤੀ ਆਂਟੀ ਵੀ ਹੈ, ਸਾਥੀ ਅੰਕਲ ਹੈ, ਸਾਰੇ ਇੰਨੇ ਦੇਖੋ ਸੀਨੀਅਰਸ ਹੈ। ਤੁਹਾਡੇ ਸਾਹਮਣੇ ਐਗਜ਼ਾਮਪਲ ਤੁਹਾਡੀ MC ਸਾਹਿਬ ਖੜੇ ਹੈ, ਇੰਨੇ ਸੀਨੀਅਰ ਜਿਹੜਾ ਪਿੰਡਾਂ ਦੇ ਵਿੱਚ ਵੀ ਜਾਂਦੀ ਸੀ, ਸਾਰੇ ਕਾਂਗਰਸ ਪਰਿਵਾਰ ਦੇ। ਮੈਨੂੰ ਲੱਗਦਾ ਸੀ ਜੇ ਮੈਂ ਇਸ ਫੈਮਿਲੀ ਤੋਂ ਆਉਂਗੀ ਤੇ ਮੈਨੂੰ ਸੌਖਾ ਹੋਊਗਾ ਕਿ ਲੋਕਾਂ ਤੱਕ ਪਹੁੰਚਣ ਦਾ, ਕਿ ਕਿੰਨੇ ਲੋਕੀ ਤਕਲੀਫ 'ਚ ਹੈ। ਜੇ ਪਹਿਲਾਂ ਕਿਸੇ ਨੇ ਕੰਮ ਨਹੀਂ ਕੀਤਾ, ਆਪਾਂ ਪਾਰਟੀ ਦਾ ਨਹੀਂ ਦੋਸ਼ ਦੇ ਸਕਦੇ, ਉਹ ਇਨਸਾਨ ਦੀ ਗਲਤੀ ਕਿ ਉਹਨਾਂ ਨੇ ਕੰਮ ਨਹੀਂ ਕੀਤਾ, ਉਹਨੇ ਸੋਚ ਲਿਆ ਸੀ ਕੰਮ ਨਹੀਂ ਕਰਨਾ। ਥਾਲ ਤਾਂ ਤੁਹਾਡੇ ਲਈ ਉਹ ਵੀ ਬਣ ਠਣ ਕੇ ਆਉਂਦੀ ਹੈ ਪੂਰੀ ਖਾਣ ਲਈ, ਲੇਕਿਨ ਜੇ ਰਸਤੇ 'ਚੋਂ ਹੀ ਕੋਈ ਥੋੜੀ ਚੀਜ਼ਾਂ ਖਾਈ ਜਾਓਗੇ ਤਾਂ ਤੁਹਾਡੇ ਕੋਲ ਤਾਂ ਖਾਲੀ ਥਾਲ ਹੀ ਆ ਰਹੀ ਹੈ। ਲੇਕਿਨ ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਤੁਹਾਡੀ ਥਾਲ ਜਿਵੇਂ ਹੈਗੀ ਉਹਦੇ ਵਿੱਚੋਂ ਸਵੀਟ ਡਿਸ਼ ਤਾਂ ਮੈਂ ਆਪਣੇ ਵੱਲੋਂ ਪਾ ਕੇ ਤੁਹਾਨੂੰ ਜ਼ਰੂਰ ਪਰੋਸ ਕਰਾਂਗਾ। ਜਦ ਤੁਸੀਂ ਵੋਟ ਪਾਉਣ ਜਾਣੀ ਹੈ, ਮੈਂ ਇਹੀ ਕਹੂੰਗੀ ਕਿ ਤੁਸੀਂ ਰੱਬ ਦਾ ਨਾਮ ਲੈ ਕੇ ਦਿਲ ਦੀ ਆਵਾਜ਼ ਸੁਣਨੀ ਹੈ ਕਿ ਰੱਬ ਤੁਹਾਨੂੰ ਕੀ ਕਹਿੰਦਾ, ਔਰ ਇੱਕ ਹੀ ਆਵਾਜ਼ ਆਊਗੀ, ਮਾਲਵਿਕਾ ਸੂਦ ਕਾਂਗਰਸ ਪਾਰਟੀ ਦੀ ਉਮੀਦਵਾਰ, ਤੁਸੀਂ ਉਹੀ ਬਟਨ ਦਬਾਣਾ ਹੈ। ਔਰ ਫਤਿਹ ਮੈਂ ਬੁਲਾਉਂਗੀ ਐਂਡ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Subscribe now and press the bell icon. Never miss an update.